ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਵੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗੱਦੀ ਉੱਪਰ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸ਼ਬਦ ਅਵਤਾਰ ਪੂਰੇ ਸਤਿਗੁਰੂ ਕਲਯੁਗ ਦੇ ਤਾਰਨਹਾਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਪੁਰਖ ਵਿਧਾਤੇ ਸਤਿਗੁਰੂ ਜੀ ਤਿੰਨਾਂ ਦੀ ਹਜ਼ੂਰੀ ਵਿੱਚ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਾਨੂੰ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਨ ਦਾ ਸੁਭਾਗੀ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਮਿੱਠੀ ਬਾਣੀ ਪੜ੍ਹਨ ਦਾ ਸੁਣਨ ਦਾ ਗੁਣ ਗਾਉਣ ਦਾ ਸੱਚੇ ਦੀ ਵਡਿਆਈ ਵਿੱਚ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੋ ਆਓ ਸਾਰੀਆਂ ਵਿਚਾਰਨ ਤੋਂ ਪਹਿਲਾਂ ਪਿਆਰ ਨਾਲ ਫਤਿਹ ਬੁਲਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ, ਚਿੱਤ ਜੇ ਚਿਤਵਿਆ ਸੋ ਮੈਂ ਪਾਇਆ, ਨਾਨਕ ਨਾਮ ਧਿਆਏ ਸੁਖ ਸਬਾਇਆ। ਸਤਿਗੁਰੂ ਜੀ ਕਹਿੰਦੇ ਉਹ ਸੱਚੇ ਨਾਲ ਜੁੜਾਂਗੇ, ਉਹਦਾ ਨਾਮ ਜਪਾਂਗੇ, ਉਹਦੀ ਬਾਣੀ ਪੜਾਂਗੇ। ਜੇ ਚਿੱਤ ਨੂੰ ਸੱਚੇ ਨਾਲ ਜੋੜ ਲਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਫਿਰ ਸੱਚਾ ਸੁਖ ਪ੍ਰਾਪਤ ਹੋਣਾ ਹੈ। ਸੱਚਾ ਸੁਖ ਕਿਹੜਾ ਹੈ? ਜਿਹੜਾ ਕਦੇ ਨਾ ਮੁੱਕਣ ਵਾਲਾ ਹੈ, ਕਿਉਂਕਿ ਪਰਮਾਤਮਾ ਮੁੱਕਣ ਵਾਲਾ ਨਹੀਂ, ਪਰਮੇਸ਼ਰ ਮੁੱਕਣ ਵਾਲਾ ਨਹੀਂ, ਸੱਚ ਹੈ। ਤੇ ਉਹਦਾ ਜਿਹੜਾ ਦਿੱਤਾ ਹੋਇਆ ਸੁਖ ਉਹ ਵੀ ਸੱਚ ਹੈ, ਉਹ ਵੀ ਮੁੱਕਣ ਵਾਲਾ ਨਹੀਂ। ਪਰਮਾਤਮਾ ਹਮੇਸ਼ਾ ਤੋਂ ਹੀ ਸੱਚ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਪਰਮਾਤਮਾ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸ਼ੁਰੂ ਤੋਂ ਸੱਚ ਹੈ, ਹੁਣ ਵੀ ਸੱਚ ਹੈ, ਤੇ ਉਹਨੇ ਹਮੇਸ਼ਾ ਹੀ ਸੱਚ ਰਹਿਣਾ। ਭਾਵੇਂ ਦੁਨੀਆ ਰਵੇ ਨਾ ਰਵੇ, ਸੰਸਾਰ ਰਵੇ ਨਾ ਰਵੇ, ਧਰਤੀ ਰਵੇ ਜਾਂ ਨਾ ਰਵੇ, ਕਿਉਂਕਿ ਧਰਤੀ ਵੀ ਉਹਦੇ ਹੁਕਮ ਵਿੱਚ ਹੈ, ਇਹ ਸੰਸਾਰ ਵੀ ਉਹਦੇ ਹੁਕਮ ਵਿੱਚ ਹੈ। ਕੈਸੇ ਉਹਦੇ ਰੰਗ ਕੌਤਕ ਤਮਾਸ਼ੇ ਹਨ ਚੋਜੀ ਪ੍ਰੀਤਮ ਦੇ, ਕਿਵੇਂ ਉਹਦਾ ਜਿਹੜਾ ਹੈ ਬਣਾਇਆ ਹੋਇਆ ਸਾਰਾ ਸੰਸਾਰ ਖੜਾ ਹੈ, ਧਰਤੀ ਕਿਵੇਂ ਖੜੀ ਹੈ, ਇਹ ਪਰਮੇਸ਼ਰ ਪਰਮਾਤਮਾ ਉਹਦੇ ਕੌਤਕ ਹਨ। ਤੇ ਸਤਿਗੁਰੂ ਜੀ ਅੱਜ ਦੇ ਮੁੱਖ ਵਾਕ ਅੰਦਰ ਸਾਨੂੰ ਇਹ ਉਪਦੇਸ਼ ਬਖਸ਼ਦੇ ਆ ਕਿ ਉਹ ਪਰਮਾਤਮਾ ਹਮੇਸ਼ਾ ਤੋਂ ਸੱਚ ਹੈ। ਆਪਾਂ ਅੱਗੇ ਵਿਚਾਰਾਂ ਕਰਦੇ ਹਾਂ। ਸਤਿਗੁਰੂ ਜੀ ਅੱਜ ਦੇ ਮੁੱਖ ਵਾਕ ਅੰਦਰ ਉਚਾਰਨ ਕਰਦੇ ਹਨ, ਜੈਤ ਸਰੀ ਮਹੱਲਾ ਪੰਜਵਾਂ, ਵਾਰਸ ਲੋਕਾਂ ਨਾਲ
ਰਾਗ ਜੈਤਸਰੀ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ। ਵਾਰ ਅਤੇ ਸ਼ਲੋਕਾਂ ਸਮੇਤ, ਵਾਰ ਸ਼ਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਪਰਮਾਤਮਾ ਓੰਕਾਰ ਉਹਦੀ ਰਚਨਾ। ਜਿਵੇਂ ਆਪਾਂ ਕੱਲ੍ਹ ਵਿਚਾਰਾਂ ਕੀਤੀਆਂ ਸੀ, ਇੱਕ ਪਰਮਾਤਮਾ ਪਰਮੇਸ਼ਰ ਪ੍ਰਭੂ ਵਾਹਿਗੁਰੂ ਰਾਮ ਅੱਲਾ ਗੌਡ ਜਿੰਨੇ ਵੀ ਉਹਦੇ ਨਾਮ ਆ ਉਹ ਇੱਕ ਹੈ, ਅਤੇ ਉਹਦੇ ਹੁਕਮ ਅੰਦਰ ਉਹਦੀ ਰਚਨਾ, ਉਹਦਾ ਬਣਾਇਆ ਹੋਇਆ ਸਾਰਾ ਸੰਸਾਰ ਹੈ। ਇੱਕ ਓੰਕਾਰ ਕੀ ਹੈ? ਆ ਧਰਤੀ ਖੜੀ ਹੈ, ਇੱਕ ਓੰਕਾਰ ਦੇ ਆਸਰੇ ਖੜੀ ਹੈ। ਧਰਤੀ ਘੁੰਮ ਰਹੀ ਹੈ, ਸੂਰਜ ਖੜਾ ਹੈ, ਚੰਦ ਖੜਾ ਹੈ, ਕਿੰਨੇ ਪਲੈਨਟ ਹੋਰ ਧਰਤੀ ਦੇ ਆਲੇ ਦੁਆਲੇ। ਕੈਸਾ ਉਸ ਪਰਮਾਤਮਾ ਨੇ ਚੋਜ ਰਚਿਆ ਹੋਇਆ ਹੈ। ਧਰਤੀ ਘੁੰਮ ਕੇ ਸੂਰਜ ਦੇ ਗੇੜੇ ਕੱਢ ਰਹੀ ਹੈ ਸਦੀਆਂ ਤੋਂ, ਕਰੋੜਾਂ ਸਾਲਾਂ ਤੋਂ, ਪਰ ਐਸੀ ਹੈਰਾਨਗੀ ਦੀ ਗੱਲ, ਇੱਕ ਦੂਜੇ ਦੇ ਵਿੱਚ ਨਹੀਂ ਵੱਜਦੇ, ਇੱਕ ਦੂਜੇ ਨਾਲ ਟਕਰਾਉਂਦੇ ਨਹੀਂ। ਇਹ ਹੈ ਇੱਕ ਓੰਕਾਰ ਦੀ ਵਡਿਆਈ। ਤਾਰਿਆਂ ਦਾ ਕੋਈ ਆਪਣਾ ਪ੍ਰਕਾਸ਼ ਨਹੀਂ, ਫਿਰ ਵੀ ਚਮਕਦੇ ਆ। ਇਹ ਹੈ ਇੱਕ ਓੰਕਾਰ ਦੀ ਉਪਮਾ ਵਡਿਆਈ। ਇਹ ਹੈ ਇੱਕ ਓੰਕਾਰ ਗੁਰੂ ਦਾ। ਕਿਵੇਂ ਫੁੱਲ ਪੱਤੀਆਂ ਪੈਦਾ ਹੁੰਦੇ ਆ, ਕਿਵੇਂ ਖਿੜਦੇ ਆ ਫੁੱਲ ਪੱਤੀਆਂ, ਕਿਵੇਂ ਵਿੱਚ ਸੁਗੰਧੀ ਆਉਂਦੀ ਹੈ। ਇਹੀ ਹੈ ਪਰਮਾਤਮਾ ਦੇ ਰੰਗ। ਬੰਦੇ ਨੂੰ ਕਵੇ ਸਮਝਣ ਵਾਸਤੇ ਵੀ ਦੱਸ ਇਹ ਫੁੱਲ ਦੇ ਵਿੱਚ ਸੁਗੰਧੀ ਕਿਵੇਂ ਆਈ, ਕਿਉਂਕਿ ਬੰਦੇ ਦੀ ਬੁੱਧੀ ਬੜੀ ਛੋਟੀ ਹੈ। ਇਹਨੂੰ ਤਾਂ ਰੱਬ ਹੀ ਨਹੀਂ ਦਿਸਦਾ, ਪਰਮਾਤਮਾ ਹੀ ਨਹੀਂ ਦਿਸਦਾ, ਹੈ ਵਾਹਿਗੁਰੂ ਹੀ ਨਹੀਂ ਦਿਸਦਾ, ਵੀ ਹੈ ਹੀ ਨਹੀਂ ਰੱਬ ਤਾਂ, ਤੇ ਉਹਦੇ ਕੌਤਕ ਨਹੀਂ ਦਿਸਦੇ। ਸਤਿਗੁਰੂ ਪਰਮੇਸ਼ਰ ਵਾਹਿਗੁਰੂ ਦੇ ਕੌਤਕ ਹੈ, ਕਿਵੇਂ ਫੁੱਲ ਪੱਤੀਆਂ ਪੈਦਾ ਹੁੰਦੇ ਆ, ਕਿਵੇਂ ਖਿੜਦੇ ਆ, ਕਿਵੇਂ ਉਹਨਾਂ ਵਿੱਚ ਸੁਗੰਧੀ ਆਉਂਦੀ ਹੈ। ਆ ਹੁਣ ਅਸੀਂ ਸਰੋਂ ਦੀ ਖੇਤੀ ਕੀਤੀ ਆ, ਬੀਜੀ ਆ, ਕਿਵੇਂ ਇਹਦੇ ਵਿੱਚ ਪੀਲਾ ਰੰਗ ਆਇਆ। ਆਪਾਂ ਦੇਖਦੇ ਹਾਂ ਚਾਰ ਸਫੇੜੇ ਪੀਲਾ ਰੰਗ, ਬੜਾ ਸੁੰਦਰ ਲੱਗਦਾ ਹੈ, ਸੋਹਣਾ ਲੱਗਦਾ। ਕਿਵੇਂ ਆਇਆ ਇਹ? ਕੋਈ ਹੈ ਸਮਝ? ਇਹ ਪਰਮਾਤਮਾ ਦੇ ਰੰਗ ਹੈ। ਹੁਣ ਦੇਖੋ ਵਿੱਚ ਫਲੀ ਦੇ ਇੱਕ ਬੀਜ ਦਾਣਾ ਪੈਦਾ ਹੋ ਜਾਣਾ, ਉਹਦੇ ਵਿੱਚ ਸਰੋਂ ਕਿਵੇਂ ਆਈ, ਤੇਲ ਕਿਵੇਂ ਆਇਆ ਉਹਦੇ ਵਿੱਚ, ਗੰਨੇ ਦੇ ਵਿੱਚ ਬੜੀ ਮਿਠਾਸ ਹੈ, ਉਹ ਰਸ ਕਿੱਥੋਂ ਆਇਆ? ਇਹ ਪਰਮਾਤਮਾ ਦੇ ਰੰਗ ਹੈ। ਨਾਲ ਨਾਲ ਇੱਕ ਖੇਤ ਵਿੱਚ 2-4 ਨਿੰਮਾਂ ਖੜੀਆਂ ਹੋਣ, ਤੇ ਨਾਲ ਉੱਥੇ ਗੰਨੇ ਦਾ ਬਾਗ ਹੋਵੇ, ਕਮਾਦ ਹੋਵੇ, ਤੇ ਉਹ ਨਾਲ ਉਹ ਉੱਤੇ ਗੰਨੇ ਦੇ ਵਿੱਚ ਬੜਾ ਮਿੱਠਾ ਰਸ ਭਰਿਆ ਹੋਇਆ, ਤੇ ਨਿੰਮ ਦੇ ਵਿੱਚ ਕੁੜੱਤਣ ਭਰੀ ਹੋਈ ਹੈ। ਇਹ ਪਰਮਾਤਮਾ ਦੇ ਰੰਗ। ਕਿਹੜੀਆਂ ਉੱਥੇ ਪਾਈਪਾਂ ਲੱਗੀਆਂ, ਕਿਹੜਾ ਉੱਥੇ ਉਹ ਰਸ ਆਉਣ ਦਾ ਸਾਧਨ ਹੈ? ਮਿੱਟੀ ਚੋਂ ਹੀ ਪਰਮਾਤਮਾ ਨੇ ਪੈਦਾ ਕਰ ਦਿੱਤਾ। ਇੱਕ ਦੇ ਵਿੱਚ ਕੁੜੱਤਣ ਭਰ ਦਿੱਤੀ, ਇੱਕ ਦੇ ਵਿੱਚ ਰਸ ਭਰ ਦਿੱਤਾ ਅੰਮ੍ਰਿਤ ਵਰਗਾ। ਇਹ ਪਰਮਾਤਮਾ ਦੇ ਰੰਗ ਹੈ। ਇਹ ਹੈ ਇੱਕ ਓੰਕਾਰ ਪਰਮਾਤਮਾ ਦੇ। ਸਮਝੀਏ ਤਾਂ ਸਤਿਗੁਰੂ ਜੀ ਕਹਿੰਦੇ ਇਹ ਹੈ ਇੱਕ ਦੀ ਵਡਿਆਈ। ਇੱਕ ਪਰਮਾਤਮਾ ਨੇ ਧਰਤੀ ਸਾਜੀ ਹੋਈ। ਅਸੀਂ ਪ੍ਰਸ਼ਾਦਾ ਛਕ ਲੈਂਦੇ ਹਾਂ, ਸਾਨੂੰ ਤਾਂ ਨਹੀਂ ਪਤਾ ਵੀ ਕਿਵੇਂ ਉਹ ਜਿਹੜਾ ਅੰਦਰ ਜਾ ਕੇ ਕਿਵੇਂ ਕੰਮ ਕਰਦਾ ਹੈ, ਕਿਵੇਂ ਉਹਦਾ ਖੂਨ ਮਿੱਝ ਬਣਦਾ ਹੈ, ਮਾਸ ਬਣਦਾ ਹੈ, ਕਿਵੇਂ ਉਹ ਸਾਡੇ ਬੋਡੀ ਨੂੰ ਲੱਗਦਾ ਹੈ। ਉਹ ਪਰਮਾਤਮਾ ਦੇ ਕੌਤਕ ਹੈ, ਪਰਮੇਸ਼ਰ ਦੇ ਕੌਤਕ ਹੈ। ਇਹ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਕਹਿੰਦੇ ਇੱਕ ਦੀ ਬਣਾਈ ਹੋਈ ਧਰਤੀ, ਸਾਰੀ ਸੰਸਾਰ ਸਾਜਿਆ ਹੋਇਆ ਇੱਕ ਪਰਮਾਤਮਾ ਓੰਕਾਰ। ਉਹਦੀ ਰਚਨਾ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹਦੀ ਰਚਨਾ ਬੇਅੰਤ ਹੈ। ਉਹ ਪਰਮਾਤਮਾ ਬੇਅੰਤ ਹੈ, ਤੇ ਉਹਦੇ ਕੀਤੇ ਹੋਏ ਕੌਤਕ ਵੀ ਬੇਅੰਤ ਹੈ। ਸਾਡੀ ਬੁੱਧੀ ਵਿੱਚ ਸਮਝ ਨਹੀਂ ਆਉਣ ਵਾਲੇ ਉਹਦੇ ਕੌਤਕ। ਇੱਕ ਓੰਕਾਰ, ਇੱਕ ਪਰਮਾਤਮਾ ਨੇ ਸਾਰੀ ਕਾਇਨਾਤ ਨੂੰ ਸਿਰਜਿਆ ਹੋਇਆ ਹੈ। ਤੇ ਦੇਖੋ ਸਾਨੂੰ ਤਾਂ ਆਪਣੇ ਪੇਟ ਦਾ ਫਿਕਰ ਹੈ, ਆਪਣੇ ਪਰਿਵਾਰ ਦਾ ਫਿਕਰ, ਉਹ ਮਾਲਕ ਨੂੰ ਸਭ ਦਾ ਹੀ ਫਿਕਰ ਹੈ। ਉਹ ਸਭ ਨੂੰ ਪੈਦਾ ਕਰਕੇ ਖਾਣ ਨੂੰ ਆਹਾਰ ਦਿੰਦਾ ਹੈ, ਸਭ ਦੇ ਉੱਤੇ ਕਿਰਪਾ ਕਰਦਾ। ਇਹ ਹੈ ਇੱਕ ਓੰਕਾਰ। ਇੱਕ ਪਰਮਾਤਮਾ ਨੇ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ, ਖੰਡ ਬ੍ਰਹਿਮੰਡ ਪੈਦਾ ਕੀਤੇ ਹੋਏ ਹਨ। ਸਾਰੀ ਬਾਣੀ ਇੱਕ ਓੰਕਾਰ ਵਿੱਚ ਸਮਾਈ ਹੋਈ ਹੈ। ਇੱਕ ਓੰਕਾਰ ਦੀ ਵਡਿਆਈ ਉਪਮਾ ਜੇ ਅਰਥ ਪੜ੍ਹੀਏ ਤੇ ਸਾਰੀ ਬਾਣੀ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਓੰਕਾਰ ਦੇ ਅਰਥ ਕਰਦੀ ਹੈ। ਇੱਕ ਪਰਮਾਤਮਾ ਓੰਕਾਰ, ਉਹਦੀ ਰਚਨਾ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਉਸ ਸੱਚੇ ਪ੍ਰੀਤਮ ਦੀ ਸੋਝੀ ਆਉਂਦੀ ਹੈ। ਉਹ ਸੱਚਾ ਪ੍ਰੀਤਮ ਵਾਹਿਗੁਰੂ, ਨਹੀਂ ਤਾਂ ਬੰਦੇ ਦਾ ਹੰਕਾਰ ਹੀ ਨਹੀਂ ਟੁੱਟਦਾ, ਈਗੋ ਹੀ ਨਹੀਂ ਟੁੱਟਦੀ, ਮਾਣ ਹੀ ਨਹੀਂ ਟੁੱਟਦਾ ਵੀ ਮੈਂ ਹੀ ਹਾਂ ਸਭ ਕੁਝ ਜੀ। ਬੰਦਾ ਆਪਣੇ ਆਪ ਨੂੰ ਹੀ ਸਭ ਕੁਝ ਸਮਝੀ ਖੜਾ, ਇੱਕ ਧਨ ਲੈ ਕੇ ਤੇ ਥੋੜ੍ਹੇ ਜਿਹੇ 2-4 ਅਹੁਦੇ ਲੈ ਕੇ ਤੇ ਥੋੜ੍ਹੀ ਜਿਹੀ ਮਾਇਆ ਲੈ ਕੇ ਬੰਦਾ ਫੁੱਲਿਆ ਨਹੀਂ ਸਮਾਉਂਦਾ, ਕਹਿੰਦਾ ਜੀ ਸਭ ਕੁਝ ਮੈਂ ਹੀ ਬਣ ਗਿਆ। ਪਰ ਸਤਿਗੁਰੂ ਜੀ ਕਹਿੰਦੇ ਇਹ ਤੈਨੂੰ ਥੋੜ੍ਹਾ ਜਿਹਾ ਸਮਾਂ ਦਿੱਤਾ ਹੈ, ਤੈਨੂੰ ਟਾਈਮ ਪਾਸ ਕਰਨ ਵਾਸਤੇ ਥੋੜ੍ਹੀ ਜਿਹੀ ਮਾਇਆ ਦੇ ਦਿੱਤੀ ਤੇ ਤੂੰ ਰੱਬ ਨੂੰ ਹੀ ਭੁੱਲ ਗਿਆ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੇ ਬੋਲੇ ਦੌਰਿਓ ਫਿਰਤ ਹੈ। ਜਬ ਕਿਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਮਿੱਟੀ ਦਾ ਪੁਤਲਾ ਇਨਸਾਨ ਬੰਦਾ, ਸਤਿਗੁਰੂ ਜੀ ਕਹਿੰਦੇ ਕਿਵੇਂ ਇਹ ਰੱਬ ਨੂੰ ਭੁਲਾ ਕੇ, ਪਰਮੇਸ਼ਰ ਨੂੰ ਭੁਲਾ ਕੇ, ਉਹਦੇ ਕੌਤਕਾਂ ਨੂੰ ਨਹੀਂ ਦੇਖਦਾ ਤੇ ਦੌੜਿਆ ਫਿਰਦਾ, ਭੱਜਿਆ ਫਿਰਦਾ ਹੈ, ਰੰਗ ਮਾਇਆ ਦੇ ਚੜ੍ਹੇ ਹੋਏ ਹੈ। ਸਤਿਗੁਰੂ ਜੀ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ ਤੇ ਉਹ ਸੱਚੇ ਪ੍ਰੀਤਮ ਨਾਲ ਜੁੜਿਆ ਜਾਂਦਾ ਹੈ, ਉਹ ਵਾਹਿਗੁਰੂ ਨਾਲ ਜੁੜਿਆ ਜਾਂਦਾ ਹੈ। ਅਸੀਂ ਅਰਦਾਸ ਕਰੀਏ ਕਿ ਸਤਿਗੁਰੂ ਸਾਡੇ ਤੇ ਵੀ ਤਰਸ ਕਰੀਂ, ਕਿਰਪਾ ਕਰੀਂ, ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਵੀਂ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਪਰਮਾਤਮਾ ਦਾ ਨਾਮ ਮਿਲੂ ਜੀਵਨ ਵਿੱਚ ਤਾਂ ਹੀ ਇਹ ਜੀਵਨ ਸਫਲਾ ਹੋਣਾ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਉਹ ਸੱਚੇ ਪ੍ਰੀਤਮ ਨਾਲ ਜੁੜਿਆ ਜਾਂਦਾ ਹੈ। ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਸ਼ਲੋਕ, ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਤਿਗੁਰੂ ਜੀ ਉਚਾਰਨ ਕਰਦੇ ਆਦ ਪੂਰਨ, ਆਦ ਕਹਿੰਦੇ ਸ਼ੁਰੂ, ਮਦ ਪੂਰਨ, ਮਦ ਕਹਿੰਦੇ ਵਿਚਲੜਾ ਭਾਗ, ਅੰਤ ਪੂਰਨ, ਅੰਤ ਕਹਿੰਦੇ ਅਖੀਰਲਾ ਸਮਾਂ। ਪਰਮੇਸ਼ਰ ਪਰਮਾਤਮਾ ਉਹ ਸ਼ੁਰੂ ਤੋਂ ਪੂਰਾ ਹੈ। ਜਦੋਂ ਆ ਧਰਤੀ ਨਹੀਂ ਵੀ ਸੀ ਬਣੀ, ਕਿਉਂਕਿ ਹਰ ਚੀਜ਼ ਬਣਾਈ ਬਣਦੀ ਕਿਸੇ ਦੀ, ਇਹ ਧਰਤੀ ਵੀ ਕਿਸੇ ਨੇ ਬਣਾਈ ਹੈ, ਸਿੱਧੀ ਨਹੀਂ ਬਣ ਗਈ, ਇਹ ਬਣਾਈ ਹੈ ਪਰਮਾਤਮਾ ਨੇ। ਇਹ ਕਰਤੇ ਪਰਮੇਸ਼ਰ ਨੇ ਇਹ ਧਰਤੀ ਬਣਾਈ ਹੈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਸਤਿਗੁਰੂ ਜੀ ਕਹਿੰਦੇ ਸ੍ਰਿਸ਼ਟੀ, ਇਹ ਸੰਸਾਰ, ਇਹ ਪ੍ਰਿਥਵੀ, ਇਹ ਕਿਸੇ ਦਾ ਬਣਾਇਆ ਬਣਿਆ, ਇਹ ਆਪੇ ਨਹੀਂ ਬਣ ਗਿਆ, ਉਹ ਹੈ ਪਰਮਾਤਮਾ ਪਰਮੇਸ਼ਰ। ਉਹ ਸ਼ੁਰੂ ਤੋਂ, ਕਿਉਂਕਿ ਇਹ ਧਰਤੀ ਜਦੋਂ ਬਣੀ ਉਦੋਂ ਪਹਿਲਾਂ ਵੀ ਪਰਮਾਤਮਾ ਸੀ, ਫਿਰ ਬਣਾਈ ਤਾਂ ਬਣੀ। ਇਹ ਧਰਤੀ ਬਣਨ ਤੋਂ ਬਾਅਦ ਪਰਮਾਤਮਾ ਨਹੀਂ, ਪਹਿਲਾਂ ਪਰਮਾਤਮਾ ਹੈ। ਇਹ ਸੂਰਜ ਚੰਦ ਆਕਾਸ਼ ਬਣਨ ਤੋਂ ਪਹਿਲਾਂ ਪਰਮਾਤਮਾ ਹੈ। ਤਾਂ ਹੀ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ, ਕਹਿੰਦੇ ਆਦ ਪੂਰਨ, ਉਹ ਸ਼ੁਰੂ ਤੋਂ ਪੂਰਾ ਹੈ, ਕਿਸੇ ਪ੍ਰਕਾਰ ਦੀ ਘਾਟ ਨਹੀਂ। ਬੱਚਾ ਜਨਮ ਲੈਂਦਾ ਪਹਿਲਾਂ ਅਧੂਰਾ ਹੁੰਦਾ ਹੈ, ਸਹਿਜੇ ਸਹਿਜੇ ਫਿਰ ਉਹਨੂੰ ਮੱਤ ਆਉਂਦੀ ਹੈ, ਤੁਰਨਾ ਸਿੱਖਦਾ ਹੈ, ਦੰਦ ਆਉਂਦੇ ਆ, ਸਮਝਣਾ ਸਿੱਖਦਾ ਹੈ, ਸਭ ਸੰਸਾਰ ਦੇ ਕਾਰ ਵਿਹਾਰ ਸਿੱਖਦਾ। ਪਹਿਲਾਂ ਅਧੂਰਾ ਸੀ, ਫਿਰ ਬਾਅਦ ਵਿੱਚ ਹੌਲੀ ਹੌਲੀ ਦੁਨੀਆ ਦੇ ਕਾਰ ਵਿਹਾਰ ਸਿੱਖਿਆ, ਫਿਰ ਸਹਿਜੇ ਸਹਿਜੇ ਉਹ ਕਾਰ ਵਿਹਾਰ ਕਰਨ ਲੱਗ ਪਿਆ, ਫਿਰ ਸਹਿਜੇ ਸਹਿਜੇ ਉਮਰ ਵਧਣ ਲੱਗ ਪਈ, ਬਜ਼ੁਰਗ ਹੋ ਗਿਆ, ਅਧੂਰਾ ਫਿਰ ਹੋਣ ਲੱਗ ਪਿਆ, ਫਿਰ ਇੱਕ ਦਿਨ ਸੰਸਾਰ ਤੋਂ ਚਲਾ ਗਿਆ, ਫਿਰ ਬਿਨਸ ਗਿਆ, ਖਤਮ ਹੋ ਗਿਆ। ਤੇ ਉਹ ਪਰਮਾਤਮਾ ਹਮੇਸ਼ਾ ਤੋਂ ਅਵਿਨਾਸੀ ਹੈ, ਨਾ ਉਹ ਪੈਦਾ ਹੋਇਆ ਤੇ ਨਾ ਉਹਨੇ ਖਤਮ ਹੋਣਾ ਹੈ। ਇਸ ਕਰਕੇ ਪਰਮੇਸ਼ਰ ਆਦ ਪੂਰਨ, ਆਦ ਸ਼ੁਰੂ ਤੋਂ ਪੂਰਾ ਹੈ, ਮੱਧ ਪੂਰਨ। ਹੁਣ ਮੱਧ ਜਿਹੜਾ ਵਰਤਮਾਨ ਸਮਾਂ ਹੈ, ਭੂਤਕਾਲ, ਭਵਿਸ਼ਕਾਲ ਤੇ ਵਰਤਮਾਨ, 3 ਸਮੇਂ ਹੈ। ਭੂਤਕਾਲ ਜਿਹੜਾ ਲੰਘ ਗਿਆ, ਵਰਤਮਾਨ ਜਿਹੜਾ ਵਰਤ ਰਿਹਾ ਹੁਣ ਸਮਾਂ ਚੱਲ ਰਿਹਾ ਹੈ, ਤੇ ਭਵਿੱਖ ਜਿਹੜਾ ਆਉਣ ਵਾਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਆਦ ਪੂਰਨ, ਸ਼ੁਰੂ ਤੋਂ, ਮੱਧ ਪੂਰਨ, ਵਿਚਲੜਾ ਭਾਗ ਜਿਹੜਾ ਹੁਣ ਵਰਤ ਰਿਹਾ ਹੈ, ਤੇ ਅੰਤ ਜਿਹੜਾ ਆਉਣ ਵਾਲਾ ਸਮਾਂ ਹੈ। ਪਰਮੇਸ਼ਰ ਉਸ ਸਮੇਂ ਵਿੱਚ ਪੂਰਾ ਰਹਿਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੰਦਿਆ ਤੂੰ ਵੀ ਉਹਦਾ ਓਟ ਆਸਰਾ ਲੈ, ਕਿਉਂਕਿ ਤੇਰੇ ਤੇ ਵੀ ਉਸ ਮਾਲਕ ਨੇ ਕਿਰਪਾ ਕੀਤੀ ਹੈ। ਮਾਤਾ ਦੇ ਗਰਭ ਵਿੱਚ ਵੀ ਤੇਰੇ ਸਿਰ ਤੇ ਪਰਮਾਤਮਾ ਨੇ ਕਿਰਪਾ ਕੀਤੀ। ਕਿਵੇਂ ਇੱਕ ਨਿੱਕੇ ਜਿਹੇ ਸੈੱਲ ਤੋਂ ਤੇਰਾ ਸਰੀਰ ਬਣਾ ਦਿੱਤਾ, ਵਿੱਚ ਜੋਤ ਪਾ ਦਿੱਤੀ। 9 ਮਹੀਨੇ ਪਰਮਾਤਮਾ ਨੇ ਤੈਨੂੰ ਮਾਤਾ ਦੇ ਉਦਰ ਵਿੱਚ ਸਲਾਮਤ ਰੱਖਿਆ। ਫਿਰ ਤੇਰਾ ਜਨਮ ਹੋਇਆ,
ਉਹ ਵਾਹਿਗੁਰੂ ਦੀ ਕਿਰਪਾ ਨਹੀਂ ਹੋਇਆ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀ ਹੈ। ਸਤਿਗੁਰੂ ਜੀ ਕਹਿੰਦੇ ਜਿਹਨੇ ਮਾਤਾ ਦੇ ਉਦਰ ਵਿੱਚ, ਮਾਤਾ ਦੇ ਗਰਭ ਵਿੱਚ ਤੇਰੀ ਪ੍ਰਤਪਾਲਣਾ ਕੀਤੀ, ਤੇਰੀ ਸਾਂਭ ਸੰਭਾਲ ਕੀਤੀ, ਉਸ ਮਾਲਕ ਨੂੰ ਸੰਸਾਰ ਤੇ ਆਉਂਦੇ ਸਾਰ ਹੀ ਭੁੱਲ ਗਿਆ। ਵਿਸਾਰ ਦਿੱਤਾ ਤੂੰ ਉਹਨੂੰ, ਚੇਤੇ ਨਹੀਂ ਕਰਦਾ। ਸਤਿਗੁਰੂ ਜੀ ਕਹਿੰਦੇ ਉਹਨੂੰ ਚੇਤੇ ਕਰਿਆ ਕਰ, ਕਿਉਂਕਿ ਮਾਂ ਨੇ ਤਾਂ ਇੱਕ ਤੈਨੂੰ ਜਨਮ ਦਿੱਤਾ ਹੈ, ਪਰਵਰਿਸ਼ ਪਰਮਾਤਮਾ ਨੇ ਕੀਤੀ ਹੈ, ਸਾਂਭ ਸੰਭਾਲ ਰੱਖਿਆ ਤੇਰੀ ਪਰਮਾਤਮਾ ਨੇ ਕੀਤੀ ਹੈ। ਮਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰੇ ਉਦਰ ਵਿੱਚ, ਮੇਰੇ ਪੇਟ ਵਿੱਚ ਬੱਚਾ ਹੈ ਕਿ ਬੱਚੀ ਹੈ, ਲੜਕਾ ਹੈ ਕਿ ਲੜਕੀ ਹੈ। ਮੇਰੇ ਉਦਰ ਵਿੱਚ ਜਿਹੜਾ ਬੱਚਾ ਹੈ ਉਹਦੇ ਅੰਗ ਪੈਰ ਵੀ ਪੂਰੇ ਹੈ ਜਾਂ ਨਹੀਂ, ਇਹ ਵੀ ਨਹੀਂ ਪਤਾ ਹੁੰਦਾ। ਜਿਹੜਾ ਮੇਰੇ ਉਦਰ ਵਿੱਚ ਬੱਚਾ ਹੈ ਉਹਦੀ ਮੱਤ ਵੀ ਸਹੀ ਹੋਊ ਕਿ ਉਹਦੀ ਮੱਤਹੀਣ ਹੋਊ, ਇਹ ਪਰਮਾਤਮਾ ਦਿੰਦਾ ਹੈ ਸਭ ਕੁਝ। ਇਸ ਕਰਕੇ ਉਹਦੇ ਮੂਹਰੇ ਹੱਥ ਜੋੜ ਕੇ ਉਹਦਾ ਸ਼ੁਕਰਾਨਾ ਕਰਿਆ ਕਰ, ਕਿਉਂਕਿ ਉਹ ਸ਼ੁਰੂ ਤੋਂ ਪੂਰਾ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਤੇ ਤੇਰੇ ਤੇ ਵੀ ਪਰਮਾਤਮਾ ਨੇ ਕਿਰਪਾ ਕੀਤੀ। ਆਦ ਜਦੋਂ ਤੂੰ ਸ਼ੁਰੂ ਹੋਇਆ ਮਾਤਾ ਦੇ ਗਰਭ ਵਿੱਚ, ਉਦੋਂ ਵੀ ਤੇਰੇ ਤੇ ਉਹਨੇ ਕਿਰਪਾ ਕੀਤੀ। ਮੱਧ ਹੁਣ ਵੀ ਤੇਰੇ ਤੇ ਕਿਰਪਾ ਕਰ ਰਿਹਾ, ਤੁਰਿਆ ਫਿਰਦਿਆਂ ਖਾ ਪੀ ਰਿਹਾ, ਗੱਲਾਂ ਬਾਤਾਂ ਕਰ ਰਿਹਾ, ਰਿਸ਼ਤੇਦਾਰੀਆਂ ਦੇ ਸਾਰੇ ਕਾਰ ਵਿਹਾਰ ਕਰ ਰਿਹਾ ਹੈ, ਤੇ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੋਈ ਹੈ, ਤਾਂ ਤੂੰ ਤੁਰਿਆ ਫਿਰਦਾ ਹੈ। ਕੋਈ ਸ਼ਾਇਰ ਕਹਿੰਦਾ, ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, ਇੰਨੇ ਝੱਖੜ ਚੁੱਲੇ ਕਦ ਦਾ ਢਹਿ ਜਾਂਦਾ। ਜੇ ਤੁਰਿਆ ਫਿਰਦਾ ਤੇ ਪਿੱਛੇ ਕਿਸੇ ਦੀ ਪਾਵਰ ਹੈ, ਤਾਕਤ ਹੈ, ਤਾਂ ਤੁਰਿਆ ਫਿਰਦਾ, ਉਹਨੂੰ ਪਾਵਰ ਨੂੰ ਯਾਦ ਕਰਿਆ ਕਰ, ਉਹਨੂੰ ਭੁੱਲਿਆ ਨਾ ਕਰ। ਮਾਇਆ ਦੇ ਪਿੱਛੇ, ਧਨ ਦੇ ਪਿੱਛੇ ਉਸ ਪਰਮਾਤਮਾ ਨੂੰ ਹੀ ਵਿਸਾਰ ਦਿੰਦਾ। ਦੋ ਚਾਰ ਬੰਦੇ ਤੇਰੀ ਵਡਿਆਈ ਕਰ ਦੇਣ ਤੇ ਪਰਮਾਤਮਾ ਨੂੰ ਹੀ ਭੁੱਲ ਜਾਣਾ। ਇਹ ਨਹੀਂ ਸਮਝਦਾ ਕਿ ਇਹ ਵਡਿਆਈ ਉਹ ਪਰਮਾਤਮਾ ਦੀ ਦਿੱਤੀ ਹੋਈ ਆਈ ਹੈ। ਇਹ ਨਹੀਂ ਸਮਝਦਾ ਕਿ ਧਨ ਪਰਮਾਤਮਾ ਦਾ ਦਿੱਤਾ ਹੋਇਆ ਆਇਆ ਹੈ। ਇਹ ਨਹੀਂ ਸਮਝਦਾ ਕਿ ਉਹਦੇ ਪਰਮਾਤਮਾ ਨੇ ਦਿੱਤੇ, ਉਹਦਾ ਸ਼ੁਕਰ ਕਰਾਂ, ਨਹੀਂ ਉਹਨੂੰ ਹੀ ਭੁਲਾ ਦਿੰਦਾ ਜਿਹਨੇ ਦਿੱਤਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਪਰਮੇਸ਼ਰ ਭੁੱਲ ਗਿਆ, ਦਾਤਾਰ ਭੁੱਲ ਗਿਆ। ਤੇ ਆਪਾਂ ਵਿਚਾਰ ਕਰਦੇ ਸੀ ਜਦੋਂ ਮਾਤਾ ਦੇ ਗਰਭ ਵਿੱਚ ਸ਼ੁਰੂ ਹੋਇਆ ਉਦੋਂ ਵੀ ਤੇਰੇ ਤੇ ਉਹਨੇ ਕਿਰਪਾ ਕੀਤੀ। ਹੁਣ ਸੰਸਾਰ ਵਿੱਚ ਵਰਤ ਰਿਹਾ, ਤੁਰ ਫਿਰ ਰਿਹਾ, ਸਰੀਰ ਚੱਲ ਰਿਹਾ, ਸਹੀ ਸਲਾਮਤ ਤੰਦਰੁਸਤੀ ਹੈ, ਹੁਣ ਵੀ ਤੇਰੇ ਤੇ ਉਹ ਕਿਰਪਾ ਕਰ ਰਿਹਾ। ਤੇ ਅੰਤ ਨੂੰ ਜਦੋਂ ਸਰੀਰ ਛੱਡ ਕੇ ਜਾਣਾ ਉਦੋਂ ਵੀ ਤੇਰੀ ਬਾਂਹ ਪਰਮਾਤਮਾ ਨੇ ਫੜਨੀ ਹੈ, ਉਸ ਮਾਲਕ ਨੇ ਫੜਨੀ ਹੈ, ਉਹਦੇ ਤੋਂ ਬਿਨਾਂ ਕਿਸੇ ਹੋਰ ਨੇ ਨਹੀਂ ਫੜਨੀ। ਜਿਨ੍ਹਾਂ ਪਿੱਛੇ ਲੱਗ ਲੱਗ ਕੇ ਮਾੜੇ ਕਰਮ ਕਰਦਾ ਉਹਨਾਂ ਨੇ ਤਾਂ ਇਸ ਸੰਸਾਰ ਵਿੱਚ ਹੀ ਸਾਥ ਛੱਡ ਦੇਣਾ ਹੈ। ਉਹਨਾਂ ਨੇ ਇੱਥੇ ਹੀ ਤੈਨੂੰ ਜਵਾਬ ਦੇ ਦੇਣਾ ਹੈ, ਕਿਉਂਕਿ ਸਤਿਗੁਰੂ ਜੀ ਕਹਿੰਦੇ ਆ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰੈ। ਸਭ ਨੂੰ ਲਾਗੇ ਦਾ ਰਿਸ਼ਤਾ, ਘਰ ਵਾਲੀ ਜੀਵਨ ਸਾਥੀ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿੰਦੇ ਉਹਨੇ ਵੀ ਕਹਿ ਦੇਣਾ ਵੀ ਇਹਨੂੰ ਛੇਤੀ ਲੈ ਜਾਓ, ਮੈਨੂੰ ਭੂਤ ਲੱਗਦਾ, ਪ੍ਰੇਤ ਲੱਗਦਾ, ਮੈਨੂੰ ਇਹਦੇ ਤੋਂ ਡਰ ਆਉਂਦਾ ਹੈ, ਕਿਉਂਕਿ ਇਹ ਜੀਵਨ ਦਾ ਵਿਵਹਾਰ ਹੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਜਦੋਂ ਸਰੀਰ ਛੱਡਿਆ, ਕਾਇਆ ਛੱਡੀ। ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਵੀ ਤੈਨੂੰ ਪ੍ਰੇਤ ਕਹਿਣ ਲੱਗ ਪੈਣਾ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ। ਸਤਿਗੁਰੂ ਜੀ ਕਹਿੰਦੇ ਇਹ ਵਿਵਹਾਰ ਹੈ ਸੰਸਾਰ ਦਾ, ਜਿੰਨਾ ਚਿਰ ਸੁੱਖ ਹੈ ਉਹਨਾਂ ਚਿਰ ਤੇਰੇ ਸਾਥੀ ਹੈ, ਬਾਅਦ ਵਿੱਚ ਤੈਨੂੰ ਸਭ ਨੇ ਜਵਾਬ ਦੇ ਦੇਣਾ, ਪਰ ਅੰਤ ਨੂੰ ਪਰਮਾਤਮਾ ਨੇ ਤੇਰੀ ਰੱਖਿਆ ਕਰਨੀ ਹੈ। ਅੰਤ ਪੂਰਨ ਪਰਮੇਸ਼ਰ ਹੈ, ਉਸ ਪਰਮੇਸ਼ਰ ਨੇ ਹੀ ਤੇਰੀ ਬਾਂਹ ਫੜ ਕੇ ਤੈਨੂੰ ਭੈੜੀਆਂ ਮਾਰਾਂ ਤੋਂ ਬਚਾਉਣਾ ਤੇ ਬਚਾਊ ਤਾਂ ਜੇ ਇਸ ਸੰਸਾਰ ਵਿੱਚ ਰਹਿੰਦੇ ਉਹਨੂੰ ਯਾਦ ਕਰੇਗਾ। ਕਿਉਂਕਿ ਜਿਵੇਂ ਆਪਾਂ ਕਿਸੇ ਬੰਦੇ ਨੂੰ ਕੰਮਕਾਰ ਕਰਨ ਤੋਂ ਪਹਿਲਾਂ ਪੁੱਛੀਏ ਨਾ ਸਿਆਣੇ ਬੰਦੇ ਨੂੰ, ਤੇ ਉਹ ਫਿਰ ਆਪਣੀ ਜ਼ਿੰਮੇਵਾਰੀ ਵਿੱਚ ਰੱਖਦਾ ਵੀ ਮੈਨੂੰ ਇਹਨੇ ਵਿੱਚ ਰੱਖਿਆ ਵੀ ਮੈਂ ਇਹਦੀ ਸਹਾਇਤਾ ਕਰਾਂ। ਤੇ ਜਦੋਂ ਫਿਰ ਤੇਰੇ ਤੇ ਭੀੜ ਪੈ ਜਾਵੇ, ਫਿਰ ਤੂੰ ਕਿਸੇ ਨੂੰ ਕਹੇ ਮੇਰੀ ਮਦਦ ਕਰ, ਫਿਰ ਅਗਲਾ ਕਹਿੰਦਾ ਪਹਿਲਾਂ ਤਾਂ ਤੂੰ ਮੈਨੂੰ ਪੁੱਛਿਆ ਨਹੀਂ, ਬਾਅਦ ਵਿੱਚ ਹੁਣ ਤੂੰ ਮੇਰੇ ਤਰਲੇ ਕੱਢਦਾ, ਮੈਂ ਨਹੀਂ ਤੇਰੀ ਗੱਲ ਸੁਣਦਾ। ਇਸੇ ਤਰ੍ਹਾਂ ਜਦੋਂ ਜੀਵਨ ਰਹਿੰਦਾ ਹੈ ਉਦੋਂ ਸੰਸਾਰ ਵਿੱਚ ਰਹਿ ਕੇ ਨਾਮ ਜਪ, ਸਿਮਰਨ ਕਰ, ਆਪਣੇ ਘਰ ਵਿੱਚ ਰਹਿੰਦਾ, ਪਰਿਵਾਰ ਵਿੱਚ ਰਹਿੰਦਾ, ਸੁੱਖ ਮਾਣਦਾ, ਉਹਦਾ ਨਾਮ ਜਪ, ਫਿਰ ਅੰਤ ਵੇਲੇ ਉਹਨੂੰ ਕਹਿਣ ਦੀ ਲੋੜ ਨਹੀਂ ਪੈਣੀ, ਉਹਨੇ ਆਪੇ ਹੀ ਆ ਕੇ ਕਿਰਪਾ ਕਰ ਦੇਣੀ, ਰਹਿਮਤ ਕਰ ਦੇਣੀ ਹੈ। ਤੇ ਇਹ ਸੋਝੀ ਆਉਂਦੀ ਕਿਹਨੂੰ ਹੈ? ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਨਾਲ ਜੁੜੇ ਆ। ਇਹ ਦਿਸਦਾ ਕਿਹਨੂੰ? ਪਰਮਾਤਮਾ।
ਜਿਹੜੇ ਉਹਦੇ ਨਾਲ ਜੁੜੇ ਆ, ਜਿਹਦੇ ਉਹਦੇ ਨਾਲ ਪਿਆਰ ਹੈ, ਸਤਿਗੁਰੂ ਜੀ ਅੱਗੇ ਉਚਾਰਨ ਕਰਦੇ ਹਨ, ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਸਤਿਗੁਰੂ ਜੀ ਕਹਿੰਦੇ ਉਹਨੂੰ ਸਿਮਰਦਾ ਕੌਣ ਹੈ? ਸੰਤ। ਜਿਹੜਾ ਉਹਨੂੰ ਸਿਮਰਦਾ ਉਹ ਸੰਤ ਹੈ। ਸੰਤ ਕੌਣ ਹੈ? ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੇਈ ਸੰਤ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸਵਾਸ ਸਵਾਸ ਪਰਮਾਤਮਾ ਵਿਸਰਦਾ ਨਹੀਂ, ਜਿਨ੍ਹਾਂ ਨੂੰ ਚੇਤੇ ਰਹਿੰਦਾ, ਉਹ ਅਸਲੀ ਸੰਤ ਹੈ। ਉਹ ਭਾਵੇਂ ਕਿਤੇ ਘਰੇ ਆਪਣੇ ਪਰਿਵਾਰ ਵਿੱਚ ਰਹਿੰਦੇ ਆ, ਭਾਵੇਂ ਕਿਤੇ ਵੀ ਰਹਿੰਦੇ ਹੋ, ਭਾਵੇਂ ਖੇਤੀਬਾੜੀ ਕਰਦੇ ਆ, ਕੋਈ ਵੀ ਕਾਰ ਵਿਹਾਰ ਕਰਦੇ ਆ, ਜਿਨ੍ਹਾਂ ਨੂੰ ਪਰਮਾਤਮਾ ਵਿਸਰਦਾ ਨਹੀਂ, ਸਤਿਗੁਰੂ ਜੀ ਕਹਿੰਦੇ ਉਹ ਸੰਤ ਹੈ। ਜਿਹੜੇ ਸੱਚੀ ਸੇਵਾ ਵਿੱਚ, ਸੱਚੇ ਸਿਮਰਨ ਵਿੱਚ ਲੱਗ ਗਏ, ਸੱਚੇ ਦੀ ਕਾਰ ਵਿਹਾਰ ਵਿੱਚ ਲੱਗ ਗਏ, ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਨੂੰ ਸਦਾ ਹੀ ਚੇਤੇ ਰੱਖਦੇ ਆ। ਸਰਬੱਤਰ ਰਮਣੰ ਦਾ ਅਰਥ ਹੈ ਸਾਰਿਆਂ ਥਾਵਾਂ ਦਾ ਵਾਸੀ, ਰਮਣੰ ਦਾ ਅਰਥ ਹੈ ਵਸਿਆ ਹੋਇਆ, ਰਮਿਆ ਹੋਇਆ ਸਾਰੇ ਸੰਸਾਰ ਵਿੱਚ। ਸਤਿਗੁਰੂ ਜੀ ਕਹਿੰਦੇ ਸਿਮਰੰਤ ਸੰਤ ਸਰਬੱਤਰ ਰਮਣੰ, ਗੁਰੂ ਦੇ ਪਿਆਰੇ ਉਹਨੂੰ ਸਿਮਰਦੇ ਆ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਵਸ ਰਿਹਾ ਹੈ। ਹੁਣ ਸਾਡੇ ਵਿੱਚ ਇੱਥੇ ਵੀ ਬੈਠਾ ਹੈ ਉਹ ਪਰਮਾਤਮਾ, ਹਰ ਥਾਂ ਤੇ ਉਹ ਸੁਭਾਏਮਾਨ ਹੈ। ਸਾਡੇ ਘਰ ਵਿੱਚ ਵੀ ਹੈ, ਸਾਡੇ ਖੇਤਾਂ ਵਿੱਚ ਵੀ ਹੈ, ਆਕਾਸ਼ਾਂ ਵਿੱਚ ਵੀ ਹੈ, ਪਤਾਲਾਂ ਵਿੱਚ ਵੀ ਹੈ, ਧਰਤੀ ਵਿੱਚ ਵੀ ਸਮਾਇਆ ਹੋਇਆ, ਪਾਣੀ ਵਿੱਚ ਵੀ ਹੈ, ਅੱਗ ਵਿੱਚ ਵੀ ਹੈ। ਕੋਈ ਥਾਂ ਐਸੀ ਹੈ ਹੀ ਨਹੀਂ ਵੀ ਜਿੱਥੇ ਪਰਮਾਤਮਾ ਵਾਹਿਗੁਰੂ ਨਾ ਹੋਵੇ। ਪਰ ਬੰਦੇ ਨੂੰ ਭੁਲੇਖਾ ਪੈ ਜਾਂਦਾ ਜੀ ਰੱਬ ਤਾਂ ਇੱਕ ਥਾਂ ਤੇ ਹੀ ਹੈ, ਗੁਰਦੁਆਰੇ ਹੀ ਹੈ ਬਸ, ਮੰਦਰ ਵਿੱਚ ਹੀ ਹੈ ਰੱਬ ਪਰਮਾਤਮਾ, ਮਸਜਿਦ ਵਿੱਚ ਹੀ ਹੈ ਬਸ, ਉੱਥੇ ਜਾਓ ਤੇ ਪੂਰਾ ਧਿਆਨ ਰੱਖੋ। ਬਾਕੀ ਦੁਨੀਆ ਵਿੱਚ ਭਾਵੇਂ ਕੋਈ ਵੀ ਕੰਮਕਾਰ ਕਰੀ ਜਾਓ, ਪਾਪ ਪੁੰਨ ਕਰੀ ਜਾਓ, ਪਰਮਾਤਮਾ ਨਹੀਂ ਹੈ। ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਹ ਪਰਮਾਤਮਾ ਹਰ ਥਾਂ ਤੇ ਹੈ। ਜਿਹੜੇ ਵੀ ਕਰਮ ਕਰਦਾ ਉਹਦੇ ਤੋਂ ਡਰ ਕੇ ਕਰਿਆ ਕਰ, ਉਹਦੀ ਨਿਗਾਹ ਵਿੱਚ ਹੈ ਤੂੰ, ਉਹਦੇ ਅੱਖ ਦੇ ਥੱਲੇ ਆ, ਸਦਾ ਹੀ ਤੈਨੂੰ ਦੇਖ ਰਿਹਾ, ਸਦ ਸੁਣਦਾ ਸਦ ਦੇਖਦਾ। ਉਹ ਪਰਮਾਤਮਾ ਸਦਾ ਹੀ ਤੈਨੂੰ ਦੇਖਦਾ, ਸਦਾ ਹੀ ਸੁਣਦਾ ਹੈ। ਇਸ ਕਰਕੇ ਉਹ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ। ਸਿਮਰੰਤ ਉਹਨੂੰ ਸਿਮਰਦਾ ਕੌਣ ਹੈ? ਸੰਤ ਜਨ ਜਿਹੜੇ ਉਹਦੇ ਨਾਲ ਜੁੜੇ ਆ। ਸਰਬੱਤਰ ਰਮਣੰ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ। ਨਾਨਕ ਅਗਨਾਸਨ ਜਗਦੀਸ਼ਵਰ ਹੈ। ਸਤਿਗੁਰੂ ਜੀ ਕਹਿੰਦੇ ਆ ਉਹ ਪਰਮਾਤਮਾ ਪਾਪਾਂ ਨੂੰ ਕੱਟਣ ਵਾਲਾ ਹੈ, ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਜਗਦੀਸ਼ਵਰ ਪਰਮੇਸ਼ਰ ਸਾਰੇ ਪਾਪਾਂ ਦਾ ਮਲਿਆ ਮੇਟ ਕਰਨ ਵਾਲਾ ਹੈ, ਪਾਪਾਂ ਨੂੰ ਕੱਟਣ ਵਾਲਾ ਹੈ। ਅੱਗੇ ਕਹਿੰਦੇ ਹਨ ਪੇਖਨ ਸੁਨਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ। ਪੇਖਣ ਦਾ ਅਰਥ ਹੈ ਉਹ ਵੇਖਣ ਵਾਲਾ ਹੈ, ਵੇਖ ਰਿਹਾ ਤੈਨੂੰ, ਜਿਵੇਂ ਆਪਾਂ ਅੱਗੇ ਬੇਨਤੀ ਕੀਤੀ ਹੈ, ਉਹ ਸਦਾ ਹੀ ਵੇਖ ਰਿਹਾ ਹੈ। ਦ੍ਰਿੜੀਐ ਦਾ ਅਰਥ ਹੈ ਪੱਕੀ ਤਰ੍ਹਾਂ ਇਹ ਆਪਣੇ ਮਨ ਵਿੱਚ ਪੱਕਾ ਕਰ ਲੈ ਕਿ ਪਰਮਾਤਮਾ ਮੈਨੂੰ ਸਦਾ ਹੀ ਦੇਖ ਰਿਹਾ। ਪੇਖਨ ਸੁਨਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ। ਦ੍ਰਿੜੀਐ ਦਾ ਅਰਥ ਹੈ ਪੱਕਾ ਹੋ ਜਾਣਾ ਅੰਦਰ। ਤੇ ਸਤਿਗੁਰੂ ਜੀ ਕਹਿੰਦੇ ਗੱਲ ਪੱਕੀ ਕਰਕੇ ਵਸਾ ਲੈ ਕਿ ਪਰਮਾਤਮਾ ਤੈਨੂੰ ਸਦਾ ਹੀ ਦੇਖਦਾ ਹੈ। ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਉਹ ਪਰਮਾਤਮਾ ਪੂਰ ਰਹਿਓ, ਮੌਜੂਦ ਹੈ ਸਾਰੇ ਸੰਸਾਰ ਵਿੱਚ। ਪੂਰ ਰਹਿਓ ਸਰਬੱਤਰ ਮੈਂ, ਸਰਬੱਤਰ ਸਾਰਾ ਸੰਸਾਰ, ਨਾਨਕ ਹਰ ਰੰਗ ਰਾਚ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹਦੀ ਪਿਆਰੀ ਯਾਦ ਵਿੱਚ ਲੀਨ ਹੋ ਜਾ, ਉਹਦਾ ਨਾਮ ਜਪਿਆ ਕਰ, ਪਰਿਵਾਰ ਵਿੱਚ ਰਹਿੰਦਾ, ਬੱਚੇ ਪਾਲਦਾ ਹੋਇਆ ਉਹਦਾ ਸ਼ੁਕਰ ਕਰਿਆ ਕਰ, ਸਦਾ ਹੀ ਉਹਨੂੰ ਚੇਤੇ ਰੱਖਿਆ ਕਰ, ਫਿਰ ਉਹਦੀ ਖੁਸ਼ੀ ਹੋ ਜਾਣੀ ਹੈ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਸਤਿਗੁਰੂ ਜੀ ਕਹਿੰਦੇ ਉਹਦੇ ਇੱਕ ਦੇ ਨਿਰੰਜਨ ਪਰਮਾਤਮਾ, ਨਿਰਅੰਜਨ ਜਿਹੜਾ ਕਾਲਕ ਤੋਂ ਰਹਿਤ ਹੈ ਪਰਮਾਤਮਾ। ਨਿਰੰਜਨ ਦੇ ਆਪਾਂ ਅਰਥ ਅੱਗੇ ਸਮਝੇ ਆ। ਨਿਰ ਦਾ ਅਰਥ ਹੈ ਨਹੀਂ, ਅੰਜਨ ਦਾ ਅਰਥ ਹੈ ਸੁਰਮਾ। ਅੰਜਨ ਦਾ ਅਰਥ ਹੈ ਸੁਰਮਾ, ਤੇ ਸੁਰਮਾ ਹੁੰਦਾ ਕਾਲਾ। ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਕਾਲਖ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦਾ ਉਸ ਪਰਮਾਤਮਾ ਤੇ ਦਾਗ ਨਹੀਂ ਹੈ। ਪਰ ਜਿਹੜਾ ਉਹਦੇ ਨਾਲ ਜੁੜ ਜਾਵੇ ਉਹ ਵੀ ਦਾਗਾਂ ਤੋਂ ਰਹਿਤ ਹੋ ਜਾਂਦਾ। ਉਹ ਵੀ ਪਰਮਾਤਮਾ ਨਿਰੰਜਨ ਨਾਲ ਜੁੜ ਕੇ ਉਹ ਵੀ ਔਗਣਾ ਤੋਂ ਰਹਿਤ ਹੋ ਜਾਂਦਾ। ਉਹਦੇ ਵੀ ਮੱਥੇ ਦੇ ਜਿਹੜੇ ਕਲੰਕ ਧੁੱਪ ਜਾਂਦੇ ਜੇ ਪਰਮਾਤਮਾ ਨਾਲ ਜੁੜ ਜਾਈਏ। ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਜਿਹੜਾ ਸਾਰਿਆਂ ਦੇ ਅੰਦਰ ਸੋਈ ਪਰਮਾਤਮਾ ਹੈ। ਸੋਈ ਦਾ ਅਰਥ ਹੈ ਜਿਹੜਾ ਹਰ ਥਾਂ ਤੇ ਸਾਥ ਦੇਣ ਵਾਲਾ ਹੋਵੇ, ਜਿਹੜਾ ਹਰ ਥਾਂ ਤੇ ਰੱਖਿਆ ਕਰਨ ਵਾਲਾ ਹੋਵੇ, ਉਹਨੂੰ ਸੋਈ ਪਰਮਾਤਮਾ ਕਹਿੰਦੇ। ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਤੇਰੇ ਅੰਦਰ ਹੈ, ਕਿਉਂਕਿ ਸਤਿਗੁਰੂ ਜੀ ਕਹਿੰਦੇ ਸਭ ਦੇ ਅੰਦਰ ਜੋਤ ਉਸ ਪਰਮਾਤਮਾ ਦੀ ਜਗ ਰਹੀ ਹੈ। ਭਾਵੇਂ ਬੰਦਾ, ਭਾਵੇਂ
ਔਰਤ ਹੈ, ਭਾਵੇਂ ਜੀਆ ਜੰਤੂ ਹੈ, ਕੋਈ ਵੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਤਿਗੁਰੂ ਜੀ ਕਹਿੰਦੇ ਸਭ ਦੇ ਅੰਦਰ ਪਰਮਾਤਮਾ ਦੀ ਜੋਤ ਜਗ ਰਹੀ ਹੈ। ਜੋਤ ਆਈ ਕਿੱਥੋਂ? ਇਹ ਪਰਮਾਤਮਾ ਜਾਣਦਾ। ਜਾਣੀ ਕਿੱਥੇ ਹੈ ਜੋਤ? ਇਹ ਪਰਮਾਤਮਾ ਜਾਣਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਵੀ ਜੋਤ ਜਗ ਰਹੀ, ਸਰੀਰ ਵਿੱਚ ਟਿਕਿਆ ਖੜਾ ਤੂੰ, ਕੋਈ ਤੈਨੂੰ ਮੇਖ ਨਹੀਂ ਲੱਗੀ, ਸਰੀਰ ਵਿੱਚ ਖੜਨ ਵਾਸਤੇ ਕੋਈ ਟਾਂਕਾ ਨਹੀਂ ਲੱਗਿਆ। ਸਰੀਰ ਤੇ ਤੇਰੇ ਜਿਹੜੇ ਵਸਤਰ ਪਹਿਨੇ ਉਹਨੂੰ ਤਾਂ ਹਜੇ ਕਰੋੜਾਂ ਟਾਂਕੇ ਲੱਗੇ ਆ, ਮਸ਼ੀਨ ਨਾਲ ਸਿਉਂ ਕੇ ਪਾਇਆ। ਕਿਸੇ ਸਹਾਰੇ ਵਿੱਚ ਖੜਾ, ਕੰਧ ਨਾਲ ਅਸੀਂ ਵਸਤਰ ਟੰਗਦੇ ਹਾਂ, ਉਹ ਕੰਧ ਵਿੱਚ ਕਿੱਲੀ ਲੱਗੀ ਹੈ, ਉਹਦੇ ਉੱਤੇ ਵਸਤਰ ਟੰਗਦੇ ਹਾਂ ਅਤੇ ਉਹਨੂੰ ਸਹਾਰਾ ਹੈ। ਪਰ ਸਤਿਗੁਰੂ ਜੀ ਕਹਿੰਦੇ ਤੈਨੂੰ, ਤੇਰੀ ਆਤਮਾ ਨੂੰ ਤੇਰੇ ਸਰੀਰ ਵਿੱਚ ਖੜਨ ਦਾ ਕੀ ਸਹਾਰਾ ਹੈ? ਕਿਵੇਂ ਖੜੀ ਹੈ ਆਤਮਾ ਤੇਰੇ ਸਰੀਰ ਅੰਦਰ? ਇਹ ਪਰਮਾਤਮਾ ਨੇ ਖੜਾਈ ਹੈ। ਫਰੀਦਾ ਖਿੰਥਣ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਸਤਿਗੁਰੂ ਜੀ ਕਹਿੰਦੇ ਬੜੀਆਂ ਮੇਖਾਂ ਲੱਗੀਆਂ ਹੁੰਦੀਆਂ ਸਹਾਰਾ ਦੇਣ ਵਾਸਤੇ। ਜਿਵੇਂ ਆਪਾਂ ਅੱਗੇ ਵਿਚਾਰ ਕੀਤੀ ਹੈ, ਕੰਧ ਉੱਤੇ ਕੋਈ ਤਸਵੀਰ ਟੰਗੀ ਹੋਈ ਹੈ ਜਾਂ ਵਸਤਰ ਟੰਗਦੇ ਉਹਨੂੰ ਮੇਖ ਲੱਗੀ ਹੋਈ ਹੈ, ਪਰ ਯਾਦ ਰੱਖੀ ਤੇਰੀ ਆਤਮਾ ਨੂੰ ਕਿਸੇ ਪ੍ਰਕਾਰ ਦੀ ਮੇਖ ਨਹੀਂ ਲੱਗੀ, ਕੋਈ ਸਹਾਰਾ ਨਹੀਂ ਹੈ। ਇਹ ਪਰਮਾਤਮਾ ਦੀ ਟਿਕਾਈ ਖੜੀ ਹੈ ਤੇ ਉਹਨੂੰ ਪਰਮਾਤਮਾ ਨੂੰ ਚੇਤੇ ਕਰਿਆ ਕਰ। ਜੋਤ ਜਗ ਰਹੀ ਹੈ ਤੇ ਉਹਦੀ ਜਗਾਈ ਹੋਈ ਜਗ ਰਹੀ ਹੈ। ਜੋਤ ਜਗ ਰਹੀ ਹੈ, ਇਹ ਸਮਝ ਆ ਜਾਵੇ ਸਾਨੂੰ ਕਿ ਸਾਡੇ ਅੰਦਰ ਪਰਮਾਤਮਾ ਦੀ ਜੋਤ ਜਗ ਰਹੀ ਹੈ। ਪਰ ਸਮਝ ਆਉਣੀ ਤਾਂ ਹੈ ਜੇ ਅਸੀਂ ਉਹਦੇ ਨਾਲ ਜੁੜਾਂਗੇ। ਫਿਰ ਕੋਈ ਸਤਿਗੁਰੂ ਦੀ ਕਿਰਪਾ ਦਾ ਤੀਰ ਵੱਜਣਾ, ਬਾਣ ਵੱਜਣਾ, ਤੇ ਫਿਰ ਸਾਨੂੰ ਸੋਝੀ ਆ ਜਾਣੀ ਹੈ। ਜਿਵੇਂ ਸੁਕਰਾਤ ਨੂੰ ਆਈ। ਸੁਕਰਾਤ ਸੀ ਜਿਹੜਾ, ਕਹਿੰਦੇ ਇਹ ਪਖੰਡਵਾਦ ਦੇ ਬੜਾ ਖਿਲਾਫ ਸੀ, ਬੜਾ ਇਹਨਾਂ ਨੇ ਪ੍ਰਚਾਰ ਕੀਤਾ। ਉਸ ਸਮੇਂ ਪਖੰਡ ਦੇ ਵਿਰੁੱਧ ਸੱਚੇ ਨਾਲ ਜੋੜਨ ਵਾਸਤੇ ਲੋਕਾਈ ਨੂੰ ਬੜਾ ਜੁਗਾਇਆ ਇਹਨਾਂ ਨੇ, ਕਿਉਂਕਿ ਬਾਣੀ ਵੀ ਸੱਚੇ ਦੀ ਵਡਿਆਈ ਕਰਦੀ ਹੈ। ਤੇ ਸੁਕਰਾਤ ਸੀ ਜਿਹੜਾ, ਇਹ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ 1000 ਸਾਲ ਪਹਿਲਾਂ ਹੋਇਆ ਸੀ। ਇਹਦਾ ਜਨਮ ਹੋਇਆ ਸੀ 469 ਈਸਵੀ ਵਿੱਚ, 1000 ਸਾਲ ਪਹਿਲਾਂ। ਤੇ ਇਹਦਾ ਵੀ ਇਹੀ ਸੀ ਰਸਤਾ, ਮਾਰਗ ਵੀ ਲੋਕਾਈ ਨੂੰ ਪਖੰਡ ਨਾਲੋਂ ਤੋੜ ਕੇ ਸੱਚੇ ਪ੍ਰੀਤਮ ਨਾਲ ਜੋੜਨਾ, ਸੱਚ ਨਾਲ ਜੋੜਨਾ। ਪਖੰਡਵਾਦ ਦਾ ਬੜਾ ਇਹਨਾਂ ਨੇ ਵਿਰੋਧ ਕੀਤਾ। ਉਸ ਸਮੇਂ ਕਹਿੰਦੇ ਐਸਾ ਸਮਾਂ ਸੀ, ਆ ਹੁਣ ਤਾਂ ਅਸੀਂ ਘਰਾਂ ਵਿੱਚ ਆ ਡੱਬੀਆਂ ਮਾਚਿਸ ਵਰਤਦੇ ਹਾਂ ਜਾਂ ਗੈਸ ਚਲਾਉਣ ਵਾਸਤੇ ਲਾਈਟਰ ਵਰਤਦੇ ਹਾਂ, ਇੱਕ ਚੰਗਿਆੜੀ ਲੱਗਦੀ ਹੈ ਤੇ ਅੱਗ ਬਲ ਪੈਂਦੀ ਹੈ, ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੈ। ਉਸ ਸਮੇਂ ਕਹਿੰਦੇ ਐਸਾ ਸਮਾਂ ਸੀ, ਪੱਥਰਾਂ ਨਾਲ ਘਸਾ ਕੇ ਅੱਗ ਬਾਲੀ ਜਾਂਦੀ ਸੀ। 469 ਈਸਵੀ ਵਿੱਚ ਪੱਥਰਾਂ ਨਾਲ ਘਸਾ ਕੇ ਅੱਗ ਬਾਲਦੇ ਹੁੰਦੇ ਸੀ। ਤੇ ਉਹ ਅੱਗ ਨੂੰ ਫਿਰ ਜਦੋਂ ਇੱਕ ਵਾਰ ਬਲ ਜਾਂਦੀ ਸੀ, ਫਿਰ ਉਹਨੂੰ ਕਈ ਦਿਨ ਸਾਂਭ ਕੇ ਰੱਖਦੇ ਸੀ, ਨੱਪ ਕੇ ਰੱਖਦੇ ਸੀ। ਫਿਰ ਇੱਕ ਦੂਜੇ ਘਰੋਂ ਅੱਗ ਲੈ ਕੇ ਕੰਮ ਚਲਾਉਂਦੇ ਸੀ, ਆਪਣਾ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸੀ। ਐਸਾ ਸਮਾਂ ਸੀ ਉਦੋਂ। ਤੇ ਉਸ ਸਮੇਂ ਸੁਕਰਾਤ ਜੀ ਤੁਰੇ ਆਉਂਦੇ ਰਸਤੇ ਵਿੱਚ, ਤੇ ਇੱਕ ਬੱਚਾ ਕਿਸੇ ਘਰੋਂ ਅੱਗ ਲੈ ਕੇ ਆਇਆ ਬਾਲਣ ਵਾਸਤੇ। ਘਰਦਿਆਂ ਨੇ, ਮਾਂ ਪਿਓ ਨੇ ਭੇਜਿਆ ਵੀ ਜਾ ਅੱਗ ਲੈ ਕੇ ਆ। ਅੱਗ ਲੈ ਕੇ ਆਈ ਜਾਵੇ, ਰਸਤੇ ਵਿੱਚ ਤੁਰਿਆ ਆਵੇ, ਦੀਵਾ ਹੱਥ ਵਿੱਚ ਫੜਿਆ, ਕਿਸੇ ਘਰੋਂ ਅੱਗ ਬਾਲ ਕੇ ਉਹ ਦੀਵਾ ਲੈ ਕੇ ਆਇਆ। ਅੱਗੇ ਸੁਕਰਾਤ ਜੀ ਮਿਲ ਗਏ, ਬੱਚੇ ਦੇ ਸਿਰ ਤੇ ਹੱਥ ਫੇਰਿਆ ਵੀ ਆ ਜੋਤ ਆ, ਅੱਗ ਕਿੱਥੋਂ ਲੈ ਕੇ ਆਇਆ? ਤੇ ਬੱਚਾ ਅੱਗੋਂ ਬੱਚੇ ਨੇ ਕੀ ਕੀਤਾ, ਇਹ ਜੋਤ, ਨਾਲੇ ਸੁਕਰਾਤ ਨੇ ਪੁੱਛਿਆ ਵੀ ਇਹ ਜੋਤ ਕਿੱਥੋਂ ਲਿਆਂਦੀ ਹੈ? ਤੇ ਬੱਚੇ ਨੇ ਕੀ ਕੀਤਾ, ਉਸ ਦੀਵੇ ਤੇ ਫੂਕ ਮਾਰੀ ਤੇ ਨਾਲ ਇਹ ਕਹਿ ਦਿੱਤਾ ਵੀ ਇਹ ਜੋਤ ਸੀ ਮੇਰੇ ਕੋਲੇ ਜਿਹੜੀ, ਇਹ ਕਿੱਥੋਂ ਆਈ ਤੇ ਕਿੱਥੇ ਗਈ? ਬੱਚੇ ਨੇ ਇਸ਼ਾਰਾ ਕਰ ਦਿੱਤਾ ਵੀ ਇਹ ਜੋਤ, ਫੂਕ ਮਾਰ ਕੇ ਬੁਝਾ ਦਿੱਤਾ ਦੀਵਾ, ਤੇ ਨਾਲੇ ਕਿਹਾ ਵੀ ਇਹ ਜੋਤ ਗਈ ਕਿੱਥੇ? ਤੇ ਇੰਨੇ ਕੁ ਤੋਂ ਹੀ ਸੁਕਰਾਤ ਜੀ ਨੂੰ ਇੰਨਾ ਐਸਾ ਤੀਰ ਵੱਜਿਆ ਸੀਨੇ ਵਿੱਚ, ਬਾਣ ਵੱਜਿਆ। ਉਹ ਬਾਹਰਲੀ ਜੋਤ ਦੇਖੇ, ਅੰਦਰਲੀ ਜੋਤ ਦੀ ਸੋਝੀ ਆ ਗਈ ਵੀ ਜਿਹੜੀ ਸਾਡੇ ਅੰਦਰ ਜੋਤ ਜਗ ਰਹੀ ਹੈ, ਇਹ ਕਿੱਥੋਂ ਆਈ ਤੇ ਕਿੱਥੇ ਜਾਣੀ ਹੈ। ਕਿਉਂਕਿ ਜਦੋਂ ਬੰਦਾ ਸਰੀਰ ਤਿਆਗ ਦਿੰਦਾ, ਚਲਿਆ ਜਾਂਦਾ, ਉਹ ਜੋਤ ਜਾਂਦੀ ਕਿੱਥੇ ਹੈ? ਪਰਮਾਤਮਾ ਜਾਣਦਾ ਹੈ। ਤੇ ਅੱਜ ਸੁਕਰਾਤ ਜੀ ਦੇ ਵੀ ਸੀਨੇ ਵਿੱਚ ਬਾਣ ਵੱਜਿਆ ਤੇ ਨਾਲ ਇਹ ਚੇਤਾ ਆ ਗਿਆ ਵੀ ਜਿਹੜੀ ਸਾਡੇ ਅੰਦਰ ਜੋਤ ਜਗ ਰਹੀ ਹੈ ਉਹ ਕਿੱਥੇ ਜਾਣੀ ਹੈ। ਇਹੀ ਅਸਲ ਸੋਝੀ ਹੈ।
ਸੰਸਾਰ ਵਿੱਚੋਂ। ਨਾਲ ਸੁਕਰਾਤ ਜੀ ਸੋਚਦੇ ਆ ਵੀ ਇੰਨੇ ਮੈਂ ਗ੍ਰੰਥ ਪੜ੍ਹੇ, ਇੰਨੀਆਂ ਕਿਤਾਬਾਂ ਪੜ੍ਹੀਆਂ, ਇੰਨਾ ਕੁਝ ਮੈਂ ਪੜ੍ਹਿਆ, ਆਹ ਗੱਲ ਆ ਜਿਹੜੀ ਅੱਜ ਬੱਚੇ ਨੇ ਨਿੱਕੇ ਜਿਹੇ ਨੇ ਸਿਖਾ ਦਿੱਤੀ, ਆ ਮੈਨੂੰ ਉਹਨਾਂ ਗ੍ਰੰਥਾਂ ਵਿੱਚੋਂ ਨਹੀਂ ਮਿਲੀ। ਆ ਜਿਹੜੀ ਬੱਚੇ ਨੇ ਮੈਨੂੰ ਸੋਝੀ ਦੇ ਦਿੱਤੀ, ਆ ਜਿਹੜਾ ਬੱਚੇ ਨੇ ਤੀਰ ਮਾਰਿਆ ਹੈ, ਇਹ ਮੈਨੂੰ ਕਿਸੇ ਕਿਤਾਬ ਵਿੱਚੋਂ ਨਹੀਂ ਮਿਲਿਆ, ਜਿਹੜਾ ਅੱਜ ਬੱਚੇ ਨੇ ਮੈਨੂੰ ਸਮਝਾ ਦਿੱਤਾ ਵੀ ਇਹ ਜਿਹੜੀ ਜੋਤ ਹੈ ਨਾ ਸਾਰੇ ਸੰਸਾਰ ਵਿੱਚ ਰਮੀ ਹੋਈ ਹੈ, ਪਰਮਾਤਮਾ ਪਰਮੇਸ਼ਰ, ਇਹ ਜੋਤ ਉਹਦੇ ਵਿੱਚ ਹੀ ਜਾ ਕੇ ਮਿਲ ਜਾਣੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਹਰ ਏਕ ਨਿਰੰਜਨ ਗਾਈ ਹੈ, ਉਸ ਨਿਰੰਜਨ ਇੱਕ ਪਰਮਾਤਮਾ ਦੇ ਗੁਣ ਗਾ, ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਹੁਣ ਵੀ ਸਾਡੇ ਵਿੱਚ ਬੈਠਾ ਪਰ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ ਪਰ ਹੈ ਸਾਡੇ ਨਾਲ ਹੀ। ਸਭ ਅੰਤਰ ਸੋਈ, ਸਾਡੇ ਅੰਦਰ ਹੈ, ਸਾਰਿਆਂ ਦੇ ਅੰਦਰ ਉਹ ਪਰਮਾਤਮਾ ਵਸ ਰਿਹਾ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਉਹ ਕਰਨ ਕਾਰਨ ਸਮਰੱਥ ਹੈ, ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਸਾਰੇ ਜਗਤ ਦਾ, ਸਾਰੇ ਸੰਸਾਰ ਦਾ ਮੂਲ ਹੈ, ਚਲਾਉਣ ਵਾਲਾ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, ਕਿਸੇ ਵੀ ਪ੍ਰਕਾਰ ਦਾ ਉਹ ਕੁਝ ਵੀ ਕਰ ਸਕਦਾ ਹੈ। ਕਰਨ ਕਾਰਨ ਸਮਰੱਥ ਹੈ। ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਚਾਹੁੰਦਾ ਹੈ, ਜੋ ਪਰਮਾਤਮਾ ਚਾਹੁੰਦਾ ਉਹੀ ਹੁੰਦਾ ਹੈ। ਸਾਡੀ ਮਰਜ਼ੀ ਨਹੀਂ ਚੱਲਦੀ, ਪਰਮਾਤਮਾ ਦੀ ਚੱਲਦੀ, ਪਰਮੇਸ਼ਰ ਦੀ ਚੱਲਦੀ ਹੈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਜੋ ਕਰਦਾ ਉਹੀ ਹੁੰਦਾ ਹੈ। ਤੇ ਅੱਗੇ ਸਤਿਗੁਰੂ ਜੀ ਕਹਿੰਦੇ ਖਿਨ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ। ਖਿਨ ਕਹਿੰਦੇ ਅੱਖ ਦੇ ਝਮਕਣ ਜਿੰਨੇ ਪਲ ਸਮੇਂ ਨੂੰ, ਰਤਾ ਕੁ ਸਮਾਂ, ਥੋੜਾ ਜਿਹਾ ਸਮਾਂ ਥਾਪ ਕੇ ਪੈਦਾ ਕਰਕੇ ਉਹ ਥਾਪਦਾ ਸਤਿਗੁਰੂ ਜੀ ਕਹਿੰਦੇ ਨਾਸ਼ ਕਰ ਸਕਦਾ ਹੈ। ਆਹ ਧਰਤੀ ਜਿਹੜੀ ਖੜੀ ਹੈ 1 ਸੈਕਿੰਡ ਦੇ ਵਿੱਚ, ਪਲ ਵਿੱਚ ਖਤਮ ਕਰਕੇ ਫਿਰ ਦੁਬਾਰਾ ਇਸੇ ਤਰ੍ਹਾਂ ਹੀ ਬਣਾ ਸਕਦਾ ਪਰਮਾਤਮਾ, ਕਿਉਂਕਿ ਬਣਾਈ ਉਹਨੇ, ਆਪਾਂ ਅੱਗੇ ਵਿਚਾਰ ਕੀਤੀ ਹੈ। ਖਿਨ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ, ਉਹ ਇਕੱਲਾ ਹੀ ਪਰਮੇਸ਼ਰ ਹੈ, ਇੰਨੀਆਂ ਪਾਵਰਾਂ ਦਾ ਮਾਲਕ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਖੰਡ ਧਰਤੀ ਦੇ ਦੇਸ਼ ਜਿਹੜੇ ਟੋਟੇ ਖੰਡ, ਵੱਡੇ ਵੱਡੇ ਦੇਸ਼, ਬ੍ਰਹਿਮੰਡ, ਸਾਰਾ ਜਗਤ, ਸਾਰਾ ਸੰਸਾਰ, ਦੀਪ, ਤਰ੍ਹਾਂ ਤਰ੍ਹਾਂ ਦੇ ਜਿਹੜੇ ਇਲਾਕੇ ਕਹਿ ਲਈਏ, ਧਰਤੀ ਦੇ ਛੋਟੇ ਛੋਟੇ ਖੰਡ, ਬ੍ਰਹਿਮੰਡ, ਦੀਪ ਸਭ ਲੋਈ। ਖੰਡ ਬ੍ਰਹਿਮੰਡ ਪਾਤਾਲ, ਪਤਾਲਾਂ ਵਿੱਚ ਦੀਪ ਸਭ ਲੋਈ। ਸਤਿਗੁਰੂ ਜੀ ਕਹਿੰਦੇ ਸਾਰੇ ਸੰਸਾਰ ਵਿੱਚ, ਸਾਰੇ ਦੇਸ਼ਾਂ ਵਿੱਚ, ਸਾਰੇ ਬ੍ਰਹਿਮੰਡ ਵਿੱਚ, ਹੇਠਲੀ ਪਤਾਲਾਂ ਵਿੱਚ, ਧਰਤੀਆਂ ਵਿੱਚ, ਜੰਜੀਰੀਆਂ ਵਿੱਚ, ਸਾਰੇ ਹੀ ਜਗਤ ਵਿੱਚ ਉਹ ਪ੍ਰਭੂ ਪਰਮਾਤਮਾ ਵਿਆਪਕ ਹੈ। ਕਿਉਂਕਿ ਬਣਾਇਆ ਉਹਨੇ, ਜਿਵੇਂ ਆਪਾਂ ਅੱਗੇ ਸ਼ੁਰੂ ਵਿੱਚ ਵਿਚਾਰ ਕੀਤੀ ਸੀ, ਧਰਤੀ ਬਣਾਈ ਹੈ, ਧਰਤੀ ਸੂਰਜ ਦੇ ਗੇੜੇ ਕੱਢ ਰਹੀ ਹੈ, ਪਰ ਇੱਕ ਦੂਜੇ ਦੇ ਵਿੱਚ ਨਹੀਂ ਵੱਜਦੇ, ਇਹ ਉਹ ਮਾਲਕ ਦੇ ਹੁਕਮ ਵਿੱਚ ਹੈ। ਉਹਨੇ ਬਣਾਈ ਹੈ, ਉਹਨੇ ਹੀ ਇਹ ਐਸੇ ਕੌਤਕ ਕੀਤੇ ਹੋਏ ਹਨ, ਤੇ ਉਹ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਸਮਝ ਕਿਹਨੂੰ ਆਉਂਦੀ ਹੈ, ਉਹਦੇ ਨਾਲ ਜੁੜਦਾ ਕੌਣ ਹੈ? ਜਿਹਦੇ ਤੇ ਉਹ ਮਾਲਕ ਆਪ ਰਹਿਮਤ ਕਰੇ, ਕਿਰਪਾ ਕਰੇ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਅੱਗੇ ਸਤਿਗੁਰੂ ਜੀ ਕਹਿੰਦੇ ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਸਤਿਗੁਰੂ ਜੀ ਕਹਿੰਦੇ ਜਿਸ ਆਪ ਬੁਝਾਏ, ਜਿਹਨੂੰ ਉਹ ਆਪ ਸੋਝੀ ਬਖਸ਼ਦਾ ਹੈ, ਜਿਹਨੂੰ ਆਪ ਕਿਰਪਾ ਕਰਕੇ ਆਪਣੇ ਨਾਲ ਜੋੜਦਾ ਹੈ, ਜਿਸ ਮਨੁੱਖ ਤੇ, ਜਿਸ ਗੁਰਮੁਖ ਤੇ ਉਹ ਕਿਰਪਾ ਕਰੇ, ਸਮਝ ਬਖਸ਼ੇ, ਉਹਨੂੰ ਆਪ ਹੀ ਸਮਝ ਦਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਸਮਝ ਪੈ ਜਾਂਦੀ ਹੈ ਕਿ ਸੰਸਾਰ ਪਰਮਾਤਮਾ ਦਾ ਬਣਾਇਆ ਹੋਇਆ। ਮੈਂ ਵੀ ਸਤਿਗੁਰੂ ਦੇ ਹੁਕਮ ਵਿੱਚ ਸੰਸਾਰ ਤੇ ਆਇਆ, ਘੱਲੇ ਆਵੇ ਨਾਨਕਾ, ਘੱਲਿਆ ਕਿਸੇ ਦਾ ਆਇਆ, ਸੱਦੇ ਉੱਠੀ ਜਾਏ ਜਦੋਂ ਉਹਨੇ ਆਵਾਜ਼ ਮਾਰੀ ਜਾਣਾ ਪੈਣਾ। ਤੇ ਹੁਣ ਵੀ ਇਸ ਉਹਦੇ ਹੁਕਮ ਵਿੱਚ ਹਾਂ। ਤੇ ਸਤਿਗੁਰੂ ਜੀ ਕਹਿੰਦੇ ਸੋਝੀ ਉਹਨੂੰ ਆਉਂਦੀ ਹੈ ਜਿਹਨੂੰ ਪਰਮਾਤਮਾ ਕਿਰਪਾ ਕਰੇ। ਜਿਸੇ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਸਮਝ ਰੱਖਦਾ, ਪਰਮੇਸ਼ਰ ਨਾਲ ਜੁੜਦਾ ਹੈ, ਉਹ ਨਿਰਮਲ ਹੋ ਜਾਂਦਾ ਹੈ, ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਕਿਉਂਕਿ ਸੱਚੇ ਨਾਲ ਜੁੜ ਕੇ ਜੀਵਨ ਸਫਲਾ ਹੋ ਜਾਂਦਾ ਹੈ, ਜੀਵਨ ਪ੍ਰਵਾਨ ਹੋ ਜਾਂਦਾ ਹੈ, ਜਗ ਤੇ ਆਇਆ ਪ੍ਰਵਾਨ ਹੋ ਜਾਂਦਾ ਹੈ। ਨਹੀਂ ਤਾਂ ਆਉਂਦਾ ਸਾਰਾ ਸੰਸਾਰ ਹੈ, ਪਰ ਆਪਣੀ ਜੂਨ, ਆਪਣੀ ਜ਼ਿੰਦਗੀ ਪੂਰੀ ਕਰਕੇ ਚਲਿਆ ਜਾਂਦਾ। ਪਰ ਜਿਹੜੇ ਗੁਰੂ ਨਾਲ ਜੁੜ ਜਾਣ, ਜਿਹੜੇ ਸੱਚੇ ਪ੍ਰੀਤਮ ਦੇ ਗੁਣ ਗਾਉਣ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਆਇਆ ਸਫਲ ਹੋ ਜਾਂਦਾ ਹੈ। ਆਇਆ ਸਫਲ ਤਾਹੀਂ ਕਾ ਗਣੀਐ। ਸਤਿਗੁਰੂ ਜੀ ਕਹਿੰਦੇ ਜਿਹੜੇ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ, ਉਹਨਾਂ ਦਾ ਆਇਆ ਸੰਸਾਰ ਤੇ ਪ੍ਰਵਾਨ ਹੋ ਜਾਂਦਾ ਹੈ ਜੀ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ। ਗਲਤੀਆਂ ਭੁੱਲਾਂ ਦੀ ਖਿਮਾ।
ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਬੁਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ।